ਸਾਡੀ ਅਰਦਾਸ ਦੇ ਬੋਲ ਨੇ ਕਿ हे ਅਕਾਲ ਪੁਰਖ ਪ੍ਰਮਾਤਮਾ ਸਿੱਖਾਂ ਨੂੰ ਬਖਸ਼ ਕਰ ਸਿੱਖੀ ਦਾਨ। ਕਿਉਂਕਿ ਜਿਹੜਾ ਦਾਨ ਲੈਣ ਵਾਲਾ ਵਿਅਕਤੀ ਹੁੰਦਾ ਹੈ ਉਹ ਆਪਣੀ ਹੰਗਤਾ ਨੂੰ ਛੱਡ ਕਰਕੇ, ਆਪਣੀ ਹਉਮੈ ਨੂੰ ਛੱਡ ਕਰਕੇ ਨਿਮਾਣਾ ਬਣ ਕੇ ਦਾਨ ਮੰਗਦਾ ਹੈ। ਜੇਕਰ ਹਿਰਦੇ ਅੰਦਰ ਨਿਮਰਤਾ ਨਹੀਂ ਤਾਂ ਉਹਨਾਂ ਚਿਰ ਦਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ 5 ਪ੍ਰਕਾਰ ਦੀ ਸਿੱਖੀ ਦਾ ਜ਼ਿਕਰ ਕਰਨਾ ਕੀਤਾ। 5 ਪ੍ਰਕਾਰ ਦੀ ਸਿੱਖੀ ਕਿਹੜੀ ਹੈ? ਸਭ ਤੋਂ ਪਹਿਲਾਂ ਹੈ ਦੇਖਾ ਦਿਖੀ ਦੀ ਸਿੱਖੀ। ਦੂਜੀ ਹੈ ਹਿਰਸ ਦੀ ਸਿੱਖੀ। ਹਿਰਸ ਤੋਂ ਭਾਵ ਹੈ ਲਾਲਚ। ਤੀਜਾ ਹੈ ਧੰਦੇ ਦੀ ਸਿੱਖੀ। ਚੌਥੀ ਹੈ ਸਿਦਕ ਦੀ ਸਿੱਖੀ ਤੇ ਪੰਜਵੀਂ ਹੈ ਪ੍ਰੇਮ ਦੀ ਸਿੱਖੀ, ਭਾਉ ਦੀ ਸਿੱਖੀ। ਦੇਖਾ ਦੇਖੀ ਸਿੱਖੀ ਤੋਂ ਭਾਵ ਜਿਹਦੀ ਬਾਬਤ ਸਤਿਗੁਰੂ ਦੇ ਬਚਨ ਨੇ ਦੇਖਾ ਦੇਖੀ ਸਵਾਂਗ ਧਰ ਭੁੱਲੇ ਭਟਕਾ ਖਾਹੇ, ਕਿ ਜਿਹੜਾ ਜੀਵਨ ਹੈ ਬਾਣੀ ਤੋਂ ਸਖਣਾ ਹੋਣਾ, ਪਰ ਕੇਵਲ ਤੇ ਕੇਵਲ ਵਿਖਾਵੇ ਮਾਤਰ ਸਿੱਖੀ ਦੇ ਕਕਾਰਾਂ ਨੂੰ ਧਾਰਨ ਕਰ ਲੈਣਾ। ਕਦੇ ਜੀ ਕੀਤਾ ਕਿਰਪਾਨ ਪਾ ਲਈ, ਕੰਘਾ ਪਾ ਲਿਆ, ਕਛਹਿਰਾ ਪਾ ਲਿਆ, ਤੇ ਕਦੇ ਜੀ ਕੀਤਾ ਉਹਨੂੰ ਉਤਾਰ ਦੇਣਾ ਕੀਤਾ। ਇਹ ਦੇਖਾ ਦੇਖੀ ਦੀ ਸਿੱਖੀ ਹੈ, ਜਿਹੜੀ ਕੇਵਲ ਤੇ ਕੇਵਲ ਸੰਸਾਰ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਸੰਸਾਰ ਦਾ ਜੀਵ ਬਾਣਾ ਤਾਂ ਪਹਿਨ ਲੈਂਦਾ ਹੈ, ਪਰ ਹਿਰਦੇ ਅੰਦਰ ਪ੍ਰੇਮ ਨਹੀਂ, ਬਾਣੀ ਦਾ ਨਾ ਹੋਣਾ, ਉਹਨੂੰ ਦੇਖਾ ਦੇਖੀ ਦੀ ਸਿੱਖੀ ਕਹਿੰਦੇ ਹੈ। ਦੂਜੀ ਹੈ ਹਿਰਸ ਦੀ ਸਿੱਖੀ। ਲਾਲਚ ਵਸ ਹੋ ਕਰਕੇ ਸਿੱਖੀ ਨੂੰ ਧਾਰਨ ਕਰ ਲੈਣਾ। ਜਿਸ ਤਰੀਕੇ ਦੇ ਨਾਲ ਕੋਈ ਨੌਕਰੀ ਦੀ ਸ਼ਰਤ ਹੋਵੇ, ਜਿਹੜਾ ਵਿਅਕਤੀ ਅੰਮ੍ਰਿਤਧਾਰੀ ਹੋਵੇਗਾ ਉਹਨੂੰ ਹੀ ਨੌਕਰੀ ਮਿਲੇਗੀ, ਤਾਂ ਉਸ ਨੌਕਰੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਲਾਲਚ ਵਸ ਹੋ ਕਰਕੇ ਸਿੱਖੀ ਨੂੰ ਧਾਰਨ ਕਰ ਲੈਣਾ, ਪਰ ਫਿਰ ਉਹ ਸਿੱਖੀ ਪ੍ਰੇਮ ਤੋਂ ਸਖਣੀ ਹੋਵੇ। ਥੋੜਾ ਸਮਾਂ ਉਹ ਸਿੱਖੀ ਨੂੰ ਧਾਰਨ ਕਰੀ ਰੱਖਣਾ, ਫਿਰ ਛੱਡ ਦੇਣਾ। ਅੱਜ ਬਹੁਤਾਤ ਇਸ ਸਿੱਖੀ ਦੀ ਜ਼ਿਆਦੇ ਹੈ। ਤੀਜਾ ਹੈ ਧੰਦੇ ਦੀ ਸਿੱਖੀ। ਜਿਸ ਤਰੀਕੇ ਦੇ ਨਾਲ ਕੋਈ ਵਿਅਕਤੀ ਦਾ ਜੀਵਨ ਬੜਾ ਨਸ਼ਿਆਂ ਵਾਲਾ ਹੋਵੇ ਤੇ ਨਸ਼ਿਆਂ ਵਾਲਾ ਹੋਣ ਕਰਕੇ ਕੋਈ ਵਿਅਕਤੀ ਉਸ ਵਿਅਕਤੀ ਦੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਦੇ ਵਾਸਤੇ ਕਦੇ ਵਾਸਤੇ ਮਨਜ਼ੂਰ ਨਹੀਂ ਹੁੰਦਾ, ਪਰ ਉਸ ਵਿਅਕਤੀ ਨੇ ਸਿੱਖੀ ਦਾ ਬਾਣਾ ਧਾਰਨ ਕਰ ਲਿਆ, ਪਰ ਫਿਰ ਵੀ ਅਜੇ ਵੀ ਨਸ਼ਿਆਂ ਦਾ ਆਦੀ ਹੈ। ਬਾਣਾ ਕਿਉਂ ਧਾਰਨ ਕੀਤਾ? ਕਿ ਉਹ ਚਾਹੁੰਦਾ ਕਿ ਮੈਨੂੰ ਚੰਗਾ ਰਿਸ਼ਤਾ ਮਿਲ ਜਾਵੇ, ਸੰਸਾਰ ਦੇ ਲੋਕੀ ਕਹਿਣਗੇ ਫਲਾਣਾ ਸੋ ਬਹੁਤ ਸਿਆਣਾ ਹੋ ਗਿਆ, ਹੁਣ ਉਹਦੇ ਜੀਵਨ ਦੇ ਵਿੱਚ ਕੋਈ ਐਬ ਨਹੀਂ, ਕੋਈ ਨਸ਼ਾ ਨਹੀਂ, ਇਹਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਓ। ਇਹ ਹੈ ਧੰਦੇ ਦੀ ਸਿੱਖੀ। ਚੌਥੀ ਹੈ ਸਿਦਕ ਦੀ ਸਿੱਖੀ। ਤੇ ਸਿਦਕ ਦੀ ਸਿੱਖੀ ਉਹਨਾਂ ਸਿੱਖਾਂ ਨੂੰ ਪ੍ਰਾਪਤ ਹੋਈ ਹੈ ਜਿਹੜੇ ਚਰਖੜੀਆਂ ਤੇ ਚੜ੍ਹ ਕੇ ਆਰਿਆਂ ਨਾਲ ਚੀਰੇ ਗਏ। ਜਿਸ ਤਰੀਕੇ ਦੇ ਨਾਲ ਭਾਈ ਤਾਰੂ ਸਿੰਘ ਦਾ ਜੀਵਨ ਪੜ੍ਹੀਏ, ਉਹਨਾਂ ਨੇ ਆਪਣੇ ਸਿਦਕ ਦੇ ਵਿੱਚ ਪਰਪੱਕ ਹੁੰਦਿਆਂ ਆਪਣੇ ਕੇਸਾਂ ਨੂੰ ਕਤਲ ਨਹੀਂ ਕਰਾਇਆ, ਤੇ ਕੇਸਾਂ ਨੂੰ ਕਤਲ ਨਾ ਕਰਾਉਣ ਦੀ ਬਾਬਤ ਜਦੋਂ ਜਲਾਦ ਨੇ ਉਸ ਸਿੱਖ ਦੇ ਸਿਦਕ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸਿੱਖ ਦਾ ਸਿਦਕ ਬਦਲਿਆ,
ਤਾਂ ਜਲਾਦ ਚਾਹੁੰਦਾ ਕਿ ਇਹਦੇ ਕੇਸ ਕੱਟ ਦੇਵਾਂ, ਪਰ ਕੇਸ ਕੱਟੇ ਨਹੀਂ ਗਏ। ਭਾਈ ਤਾਰੂ ਸਿੰਘ ਦੀ ਖੋਪਰੀ ਅਲੱਗ ਕਰ ਦਿੱਤੀ ਗਈ ਰੰਬੇ ਦੇ ਨਾਲ। ਫਿਰ ਇਹ ਭਾਈ ਤਾਰੂ ਸਿੰਘ ਦੀ ਬਾਣੀ ਪੜ੍ਹਦੇ ਪੜ੍ਹਦੇ ਘੱਟੋ ਘੱਟ 22 ਦਿਨ ਕਹਿੰਦੇ ਜਿਉਂਦੇ ਨੇ। 22 ਦਿਨਾਂ ਦੇ ਬਾਅਦ ਸਰੀਰ ਦਾ ਸ਼ਾਂਤ ਹੋ ਜਾਣਾ, ਇਹ ਸਿੱਖੀ ਹੈ। ਜਿਸ ਤਰੀਕੇ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਆਪਣੇ ਕੇਸਾਂ ਨੂੰ ਕਤਲ ਨਹੀਂ ਕਰਾਇਆ ਤੇ ਬਚਨ ਪੜ੍ਹਦੇ ਸਨ, ਮਹਾਂਪੁਰਖ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਆਪਣੇ ਪ੍ਰਾਣਾਂ ਦਾ ਤਿਆਗ ਤਾਂ ਕਰ ਦਿੱਤਾ, ਕਿਉਂਕਿ ਮਹਾਂਪੁਰਖ ਸਮਝੇ ਸਨ ਕਿ ਜਿਹੜਾ ਸਰੀਰ ਹੈ ਨਾਸ਼ਵੰਤ ਹੈ, ਅੱਜ ਨਹੀਂ ਤਾਂ ਕੱਲ ਸਰੀਰ ਨੇ ਨਾਸ਼ ਹੋ ਜਾਣਾ ਹੈ। ਪਰ ਸਿੱਖੀ ਤੋਂ ਮੁਨਕਰ ਨਹੀਂ ਹੋਏ। ਜੋ ਬਚਨ ਕਹੇ, ਜੋ ਜ਼ਿੰਦਗੀ ਦੇ ਵਿੱਚ ਜਿਹੜੀ ਧਾਰਨਾ ਪੜ੍ਹਦੇ ਰਹੇ, ਉਹਦੇ ਉੱਪਰ ਪਹਿਰਾ ਦਿੱਤਾ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਸੰਤ ਰਾਮ ਜੀ। ਭਾਈ ਸੰਤ ਰਾਮ ਜੀ ਦਾ ਜੀਵਨ ਬੜਾ ਸਿੱਧਕੀ ਹੈ, ਸਿੱਖੀ ਪਰਪੱਕ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਿੱਖ ਹੋਏ ਨੇ ਭਾਈ ਸੰਤ ਰਾਮ ਜੀ। ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਡਿਊਟੀ ਕਰਦੇ ਨੇ ਤੇ ਜਹਾਂਗੀਰ ਦੀ ਬਾਦਸ਼ਾਹ ਦੀ ਜਿਹੜੀ ਲੜਕੀ ਉਹ ਮੋਹਿਤ ਹੋ ਗਈ ਭਾਈ ਸੰਤ ਰਾਮ ਜੀ ਦੇ ਸਰੀਰ ਨੂੰ ਦੇਖ ਕਰਕੇ ਕਿ ਸਿੱਖ ਦਾ ਬੜਾ ਸੁੰਦਰ ਸਰੀਰ ਹੈ। ਮੁਖ ਦੇ ਉੱਪਰ ਪੜੀ ਹੋਈ ਬਾਣੀ ਦਾ ਚਲਕਾਰਾ ਵੱਜਦਾ ਹੈ। ਦਰਸ਼ਨੀ ਸਿੰਘ ਹੋਣ ਕਰਕੇ ਕਹਿਣ ਲੱਗੀ ਕਿ ਆਪਣੀ ਮਾਤਾ ਨੂੰ ਕਹਿਣ ਲੱਗੀ, ਮੈਂ ਸਿੱਖ ਦੇ ਨਾਲ ਆਪਣਾ ਨਿਕਾਹ ਕਰਾਉਣਾ ਚਾਹੁੰਦੀ ਹਾਂ। ਤੇ ਜਹਾਂਗੀਰ ਦੀ ਬੇਗਮ ਨੇ ਜਹਾਂਗੀਰ ਬਾਦਸ਼ਾਹ ਨੂੰ ਕਿਹਾ ਕਿ ਆਪਣੀ ਲੜਕੀ ਭਾਈ ਸੰਤ ਰਾਮ ਉੱਪਰ ਮੋਹਿਤ ਹੋ ਗਈ। ਤਾਂ ਉਸ ਸਮੇਂ ਭਾਈ ਸੰਤ ਰਾਮ ਜੀ ਦੇ ਬਾਬਤ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਕੋਈ ਗੱਲ ਨਹੀਂ, ਜੇਕਰ ਮੇਰੀ ਲੜਕੀ ਨੂੰ ਭਾਈ ਸੰਤ ਰਾਮ ਦੇ ਉੱਪਰ ਮੋਹਿਤ ਹੋ ਗਿਆ, ਮੇਰੀ ਲੜਕੀ ਸੰਤ ਰਾਮ ਨੂੰ ਪਸੰਦ ਕਰਦੀ ਹੈ, ਤਾਂ ਮੈਂ ਇਹਨੂੰ ਆਪਣੇ ਧਰਮ ਦੇ ਵਿੱਚ ਲਿਆ ਕਰਕੇ ਮੁਸਲਮਾਨ ਬਣਾ ਕਰਕੇ ਆਪਣੀ ਲੜਕੀ ਦਾ ਵਿਆਹ ਭਾਈ ਸੰਤ ਰਾਮ ਦੇ ਨਾਲ ਕਰ ਦੇਵਾਂਗਾ। ਇਸ ਗੱਲ ਦਾ ਪਤਾ ਭਾਈ ਸੰਤ ਰਾਮ ਜੀ ਦੇ ਨਾਲ ਰਹਿਣ ਵਾਲਾ ਇੱਕ ਡਿਊਟੀ ਕਰਨ ਵਾਲਾ ਸੀ ਪਿਆਰਾ, ਉਹਨੂੰ ਪਤਾ ਲੱਗਿਆ ਤੇ ਉਹਨੇ ਜਾ ਕਰਕੇ ਭਾਈ ਸੰਤ ਰਾਮ ਨੂੰ ਕਿਹਾ ਕਿ ਤੇਰੇ ਭਾਗ ਖੁੱਲ ਗਏ ਨੇ, ਤੇਰੀ ਕਿਸਮਤ ਜਾਗ ਪਈ ਹੈ, ਤੂੰ ਤਾਂ ਜਹਾਂਗੀਰ ਬਾਦਸ਼ਾਹ ਦੇ ਘਰ ਦਾ ਪ੍ਰਾਹੁਣਾ ਬਣ ਲੱਗਿਆ, ਜਵਾਈ ਬਣ ਲੱਗਿਆ, ਤੇਰੀ ਤਾਂ ਕਿਸਮਤ ਬਹੁਤ ਉੱਚੀ ਹੋ ਗਈ। ਤੇ ਭਾਈ ਸੰਤ ਰਾਮ ਜੀ ਕਹਿੰਦੇ ਕਿਵੇਂ? ਤਾਂ ਉਹ ਕਹਿਣ ਲੱਗਾ ਕਿ ਜਹਾਂਗੀਰ ਬਾਦਸ਼ਾਹ ਦੀ ਲੜਕੀ ਨੇ ਤੇਰੇ ਨਾਲ ਵਿਆਹ ਕਰਾਉਣਾ। ਤੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ, ਮੈਂ ਆਪਣੀ ਲੜਕੀ ਦਾ ਵਿਆਹ ਤਾਂ ਹੀ ਕਰਾਂਗਾ ਜੇ ਭਾਈ ਸੰਤ ਰਾਮ ਇਸਲਾਮ ਧਰਮ ਨੂੰ ਕਬੂਲ ਕਰ ਲਵੇਗਾ। ਭਾਈ ਸੰਤ ਰਾਮ ਨੇ ਸੋਚਿਆ, ਇਹ ਕੈਸਾ ਮਾੜਾ ਸਮਾਂ ਆ ਗਿਆ, ਅੱਜ ਮੇਰੀ ਸਿਦਕ ਦੀ ਸਿੱਖੀ ਚਲੀ ਜਾਵੇਗੀ। ਭਾਈ ਸੰਤ ਰਾਮ ਨੇ ਉਸੇ ਵੇਲੇ ਡਿਊਟੀ ਨੂੰ ਛੱਡ ਕਰਕੇ ਮਹਿਲਾਂ ਤੋਂ ਬਾਹਰ ਨਿਕਲਦੇ ਨੇ, ਬੜੀ ਦੂਰ ਚਲੇ ਜਾਂਦੇ ਨੇ। ਜਹਾਂਗੀਰ ਬਾਦਸ਼ਾਹ ਨੇ ਆਪਣੀ ਫੌਜ ਪਿੱਛੇ ਲਾ ਦਿੱਤੀ ਭਾਈ ਸੰਤ ਰਾਮ ਦੇ ਕਿ ਭਾਈ ਸੰਤ ਰਾਮ ਨੂੰ ਫੜ ਕਰਕੇ ਮੇਰੇ ਪਾਸ ਲਿਆਂਦਾ ਜਾਵੇ, ਜੇਕਰ ਨਹੀਂ ਆਉਂਦੇ ਤਾਂ ਇਹਦਾ ਜਿਹੜਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਵੇ। ਭਾਈ ਸੰਤ ਰਾਮ ਪਿਸ਼ੌਰ ਦੀ ਧਰਤੀ ਤੇ ਪਹੁੰਚਦੇ ਨੇ। ਉਥੋਂ ਦੇ ਸ਼ਾਸਕ ਨੇ ਭਾਈ ਸੰਤ ਰਾਮ ਜੀ ਨੂੰ ਪਕੜ ਲਿਆ। ਭਾਈ ਸੰਤ ਰਾਮ ਜੀ ਨੇ ਇਨਕਾਰ ਕਰ ਦਿੱਤਾ ਕਿ ਮੈਂ ਜਿਉਂਦੇ ਜੀ ਆਪਣੇ ਸਿਦਕ ਤੇ ਪਰਪੱਕ ਰਵਾਂਗਾ, ਸਿੱਖੀ ਨੂੰ ਨਹੀਂ ਛੱਡਾਂਗਾ। ਤਾਂ ਉਸ ਸ਼ਾਸਕ ਨੇ ਭਾਈ ਸੰਤ ਰਾਮ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ, ਧੜ ਦਾ ਉਸ ਜਗ੍ਹਾ ਤੇ ਸੰਸਕਾਰ ਕਰ ਦਿੱਤਾ ਗਿਆ ਤੇ ਭਾਈ ਸੰਤ ਰਾਮ ਜੀ ਦਾ ਜੋ ਮੁਖ ਸੀ, ਸੀਸ ਸੀ, ਇੱਕ ਥਾਲੀ ਦੇ ਵਿੱਚ ਪਾ ਕਰਕੇ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਕਰ ਦਿੱਤਾ ਗਿਆ। ਜਦੋਂ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਕੀਤਾ ਨਾ, ਤਾਂ ਇਹਨੇ ਨੂੰ ਜਹਾਂਗੀਰ ਬਾਦਸ਼ਾਹ ਦੀ ਲੜਕੀ ਸੋਚਦੀ ਹੈ ਕਿ ਮੈਂ ਜਿਉਂਦੇ ਜੀ ਭਾਈ ਸੰਤ ਰਾਮ ਦੇ ਸਰੀਰ ਨੂੰ ਛੂਹ ਨਹੀਂ ਸਕੀ, ਚਲੋ ਮੈਂ ਮਰੇ ਦੇ ਦਰਸ਼ਨ ਕਰ ਸਕਾਂ, ਨਲੇ ਦੇ ਸਰੀਰ ਨੂੰ ਸਪਰਸ਼ ਕਰ ਲਵਾਂ। ਜੋ ਥਾਲ ਦੇ ਵਿੱਚ ਰੱਖਿਆ ਹੋਇਆ ਸੀਸ ਜਹਾਂਗੀਰ ਬਾਦਸ਼ਾਹ ਦੀ ਲੜਕੀ ਦੇ ਅੱਗੇ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਸਵਾ ਗ੍ਰਿਸ ਸਿਰ ਉੱਪਰ ਰਹਿਓ ਤਉ ਨਾ ਕਬੂਲੀ ਨਾਰ, ਕਿ ਸਵਾ ਗਿੱਠ ਜਿਹੜਾ ਸੀਸ ਸੀ ਭਾਈ ਸੰਤ ਰਾਮ ਦਾ ਉਹ ਥਾਲੀ ਤੋਂ ਉੱਪਰ ਉੱਠ ਗਿਆ, ਪਰ ਜਹਾਂਗੀਰ ਬਾਦਸ਼ਾਹ ਦੀ ਲੜਕੀ ਨੇ ਉਹਨੂੰ ਛੂਹ ਨਾ ਸਕੀ।
ਭਾਵ ਕਿ ਜੇਕਰ ਜਿਉਂਦੇ ਜੀ ਸਿੱਖੀ ਨੂੰ ਭਾਈ ਸੰਤ ਰਾਮ ਨੇ ਨਿਭਾਇਆ ਤੇ ਅਕਾਲ ਪੁਰਖ ਨੇ ਭਾਈ ਸੰਤ ਰਾਮ ਦੇ ਸਿਦਕ ਨੂੰ ਸਰੀਰ ਦੇ ਸ਼ਾਂਤ ਹੋਣ ਤੋਂ ਬਾਅਦ ਵੀ ਨਿਭਾਉਣਾ ਕੀਤਾ। ਚੌਥੀ ਸਿੱਖੀ ਹੈ ਸਿਦਕ ਦੀ। ਪੰਜਵੀਂ ਸਿੱਖੀ ਹੈ ਪ੍ਰੇਮ ਦੀ ਸਿੱਖੀ। ਹਿਰਦੇ ਵਿੱਚ ਪ੍ਰੇਮ ਹੋਣਾ, ਜਰੇ ਜਰੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੱਕ ਲੈਣਾ। ਕਿਉਂਕਿ ਜਿਨ੍ਹਾਂ ਸਿੱਖਾਂ ਨੇ ਪ੍ਰੇਮ ਦੀ ਸਿੱਖੀ ਨੂੰ ਧਾਰਨ ਕਰ ਲਿਆ, ਉਹਨਾਂ ਦੇ ਹਿਰਦੇ ਦੇ ਬੋਲ ਨਿਕਲਦੇ ਹਮੇਸ਼ਾ ਵਾਸਤੇ ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਭਾਵ ਕਿ ਜਰੇ ਜਰੇ ਦੇ ਵਿੱਚ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ, ਉਹਨਾਂ ਨੂੰ ਪ੍ਰੇਮ ਦੀ ਸਿੱਖੀ ਪ੍ਰਾਪਤ ਹੋ ਗਈ। ਜਲੇ ਹਰੀ ਥਲੇ ਹਰੀ ਐਸੀ ਅਵਸਥਾ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਭਾਈ ਨੰਦ ਲਾਲ ਜੀ ਨੇ ਸੰਸਾਰ ਦੇ ਜੀਵਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਰੂਪ ਤੱਕਣਾ ਕੀਤਾ, ਇਸੇ ਤਰੀਕੇ ਦੇ ਨਾਲ ਭਾਈ ਕਨ੍ਹਈਆ ਜੀ ਦਾ ਜੀਵਨ ਪੜ੍ਹੀਏ ਤੇ ਭਾਈ ਕਨ੍ਹਈਆ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਗੈਰ ਸਿੱਖ ਹੈ, ਉਹਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਖ ਤੱਕ ਕਰਕੇ ਰੂਪ ਤੱਕ ਕਰਕੇ ਉਹਨਾਂ ਦੀ ਸੇਵਾ ਕੀਤੀ। ਇਹ ਪ੍ਰੇਮ ਦੀ ਸਿੱਖੀ ਹੈ। ਸੋ ਸਤਿਗੁਰ ਕਿਰਪਾ ਕਰੇ ਸਾਡੀ ਅੱਜ ਦੇ ਸੰਸਾਰ ਦੇ ਜੀਵਾਂ ਨੂੰ ਸਿਦਕ ਦੀ ਸਿੱਖੀ ਪ੍ਰੇਮ ਦੀ ਸਿੱਖੀ ਬਖਸ਼ ਕਰੇ। ਭਾਵ ਕਿ ਸਾਡੇ ਹਿਰਦੇ ਦੇ ਅੰਦਰ ਗੁਰੂ ਪਤੀ ਬਾਣੀ ਪਤੀ ਬਾਣੇ ਪ੍ਰਤੀ ਪ੍ਰੇਮ ਹੋ ਜਾਵੇ, ਤਾਂ ਸਾਡੀ ਸਿੱਖੀ ਗੁਰੂ ਚਰਨਾਂ ਅੰਦਰ ਪ੍ਰਵਾਨ